सोनिहाल। गुरु गोबिंद सिंह जी के हस्तलिखित हैं, हस्ताक्षरी हैं उनके, बस उनके हाथ के लिखा हुआ है सारा का सारा। गुरु किवें आया तुहाडे कोल? ये जो है हम इनके पुरोहित हैं, सोडी वंश के। सोडी वंश, हाँ, जो आज भी उनके परिवार के इधर दूसरे भाइयों के परिवार हैं उनके, जी बुजुर्गों के, वो सारे यहाँ पे आज भी आते हैं। वेरी गुड। वो अलग अलग गाँव के बीच में रहते हैं, तो वो ऐसे ही गाँवों के बीच में। अच्छा, तुसी केड़े वंश दे पुरोहित हैं? महाराजा रणजीत सिंह का रिकॉर्ड है हमारे पास। अच्छा। और गुरुओं का रिकॉर्ड है, सोडियों का रिकॉर्ड। वेदी किसी और के पास है, त्रिगुण और बल्ले किसी और के पास है। अगर पे बन पड़ा इस युद्ध क्षेत्र में, हमने उस प्रकार गुरुजी की सेना की मदद की अपनी तरफ से। ठीक है। जब भी वो यहाँ आए, उनको खाने से संबंधित, सामान से संबंधित या रुकने की व्यवस्था उनकी। अच्छा, कौन पुरोहित? जी, वो लड़ाई तो हमारी ही लड़ रहे थे ना जी। अगर वो सेना हमारे लिए ना लड़ती, गुरुजी की फौजें, तो आज तो जनेऊ खत्म हो जाता ना जी। लड़ाई तो हमारे लिए लड़ाई गुरुजी ने। हिंदुओं को ही तो बचाना है, गाय को तो बचाना था, हिंदू को ही तो बचाना था। अगर आसान होता कार्य, वो भी सब लोग इस्लाम मान लेते, तो फिर वो हमारे लिए खत्म ही हो जाता काम। आज ना बही होती, ना गुरुजी का नाम होता, ना पुरोहित का नाम होता, ना कोई किसी प्रकार का कोई कार्य होता। ये सब झूठ है जी, ਤੇ ਇਹਦਾ ਗੁਰਬਾਣੀ ਦੇ ਨਾਲ ਕੋਈ ਲਿੰਕ ਨਹੀਂ ਹੈਗਾ ਜੀ। ਇਹ ਸਿਰਫ ਇਹ ਹੈ ਕਿ ਇਹਨਾਂ ਨੇ ਕੀ ਕੀਤਾ ਏ ਕਿ ਜਿਹੜੇ ਭੋਲੇ ਭਾ ਲੋਕ ਆਂਦੇ ਨੇ ਆਪਣਾ, ਹੁਣ ਕਈ ਗੁਰੂ ਘਰ ਨੂੰ ਮੰਨਣ ਵਾਲੇ ਹੁੰਦੇ ਨੇ, ਇਹਨਾਂ ਭਰਮਾਂ 'ਚ ਨਹੀਂ ਪੈਂਦੇ, ਉਹਨਾਂ ਨੂੰ ਫਿਰ ਇਹ ਗੱਲ ਕਹਿੰਦੇ ਨੇ ਕਿ ਇੱਥੇ ਤੁਹਾਡੇ ਗੁਰੂ ਸਾਹਿਬ ਵੀ ਆਏ ਨੇ। ਅੱਛਾ। ਪਰ ਇੱਥੇ ਕਿਸੇ ਦੇ ਕੋਲ ਵੀ ਤੁਸੀਂ ਦੁਕਾਨ ਤੇ ਇਹਨਾਂ ਦੀ 150 ਦੁਕਾਨ ਹੈ, ਕਿਸੇ ਵੀ ਦੁਕਾਨ ਦੇ ਕੋਲ ਤੁਸੀਂ ਜ਼ਰੂਰ ਤੁਹਾਨੂੰ ਰਿਕਾਰਡ ਕੋਈ ਨਹੀਂ ਮਿਲੇਗਾ, ਨਾ ਕੋਈ ਸਾਈਨ ਮਿਲਣਗੇ। ਇਹ ਚੀਜ਼ ਦੀ ਗਰੰਟੀ ਹੈ, ਇਤਿਹਾਸ ਦੇ ਨਾਲ ਨਹੀਂ ਹੈਗਾ ਜੀ। ਹਾਂਜੀ, ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਗੁਰੂ ਸਾਹਿਬ ਸਾਡੇ ਆਏ ਨੇ, ਉਹਨਾਂ ਦਾ ਤੀਰਥ ਸਥਾਨ ਦੇ ਆਉਣ ਦਾ ਇੱਕੋ ਇੱਕ ਮਕਸਦ ਸੀਗਾ ਕਿ ਲੋਕਾਂ ਨੇ ਜੋ ਕੁਝ ਵੀ ਚੱਲ ਰਿਹਾ ਸੀ ਉਹਨੂੰ ਖੰਡਨ ਕਰਨਾ, ਇਸ ਤਰ੍ਹਾਂ ਕਹਿ ਸਕਦੇ। ਬਸ ਕਿ ਮਹਾਰਾਜ ਉਹਨਾਂ ਟਾਈਮਾਂ ਜਿਹੜੇ ਭੋਲੇ ਭਾਲੇ ਲੋਕ ਸੀ, ਉਹ ਭਰਮਾਂ ਵਿੱਚ ਸੀ, ਉਹ ਭਰਮਾਂ 'ਚ ਆ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕੱਢਿਆ ਸੀਗਾ। ਕੇਸਰੀ ਵਿਰਾਸਤ ਦੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ। ਸੱਜਣੋ, ਅੱਜ ਤੋਂ ਅਸੀਂ ਇੱਕ ਵਿਸ਼ੇਸ਼ ਲੜੀ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਭਾਰਤੀ ਗਿਆਨ ਪਰੰਪਰਾ, ਇੰਡੀਅਨ ਨੌਲੇਜ ਸਿਸਟਮ ਦੀਆਂ ਗੱਲਾਂ ਕਰਾਂਗੇ ਤੇ ਇਹ ਵੀ ਦੱਸਾਂਗੇ ਕਿ ਸਾਡੀਆਂ ਜੋ ਪ੍ਰਾਚੀਨ ਚੀਜ਼ਾਂ ਚੱਲੀਆਂ ਆ ਰਹੀਆਂ ਨੇ, ਰਵਾਇਤਾਂ ਚੱਲੀਆਂ ਆ ਰਹੀਆਂ ਨੇ, ਸਾਡੇ ਅਧਿਆਤਮਕ ਸੰਬੰਧ ਚੱਲੇ ਆ ਰਹੇ ਨੇ, ਉਹਨਾਂ ਦੇ ਪਿੱਛੇ ਕਿਹੜੀ ਸਾਇੰਸ ਹੈ ਜਾਂ ਕਿਹੜੇ ਸਮਾਜਿਕ ਕਾਰਨ ਨੇ ਜਾਂ ਕਿਹੜੇ ਅਧਿਆਤਮਕ ਉਨਤੀ ਦੇ ਕਾਰਨ ਨੇ, ਜਿਨ੍ਹਾਂ ਕਾਰਨ ਉਹ ਵਿਵਸਥਾਵਾਂ ਬਣੀਆਂ ਹੁੰਦੀਆਂ ਨੇ। ਤੋ ਅੱਜ ਅਸੀਂ ਪਿਹੋਵਾ ਵਿੱਚ ਹਾਂ। ਪਿਹੋਵਾ ਹਰਿਆਣੇ ਦਾ ਉਹ ਸ਼ਹਿਰ ਹੈ ਜਿਹੜਾ ਕੁਰੂਕਸ਼ੇਤਰ ਦੇ ਨਾਲ ਪੈਂਦਾ ਔਰ ਪਟਿਆਲਾ ਤੋਂ 40-45 ਕਿਲੋਮੀਟਰ ਦੇ ਦੂਰੀ ਦੇ ਉੱਤੇ ਇਹ ਹਰਿਆਣੇ ਵਾਲੇ ਪਾਸੇ ਨੂੰ ਆਈਏ ਤਾਂ ਪਿਹੋਵਾ ਸ਼ਹਿਰ ਪੈਂਦਾ। ਪਿਹੋਵਾ ਜਿਵੇਂ ਕਿ ਉਨੀ ਹੀ ਮਾਨਤਾ ਕਹਿ ਸਕਦੇ ਹਾਂ ਰੱਖਦਾ ਜਿੰਨੀ ਹਰਿਦੁਆਰ ਦੀ ਅਹਿਮੀਅਤ ਹੈ। ਕਈ ਵਾਰ ਉਸ ਤੋਂ ਵੀ ਜ਼ਿਆਦਾ ਅਹਿਮੀਅਤ ਲੈ ਜਾਂਦਾ ਜਦੋਂ ਕਹਿੰਦੇ ਨੇ ਕਿ ਜਿਹੜੇ ਸਾਡੇ ਬਜ਼ੁਰਗ ਨੇ, ਜਿਨ੍ਹਾਂ ਦੀ ਮੁਕਤੀ ਨਹੀਂ ਹੋਈ ਹੁੰਦੀ, ਉਹਨਾਂ ਦੀ ਮੁਕਤੀ ਇੱਥੇ ਆ ਕੇ ਹੁੰਦੀ ਹੈ। ਤੋ ਜਿਵੇਂ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋ, ਇਹ ਅਸਥਾਨ ਹੈ ਜਿਹਨੂੰ ਸਰਸਵਤੀ ਦਾ ਕੇਂਦਰ ਕਿਹਾ ਜਾਂਦਾ, ਸਰਸਵਤੀ ਨਦੀ ਦਾ ਕੇਂਦਰ ਕਿਹਾ ਜਾਂਦਾ ਇਹਨੂੰ। ਤੋ ਇਸ ਅਸਥਾਨ ਦੇ ਉੱਤੇ ਮੁਕਤੀ ਕਰਾਉਣ ਵੀ ਲੋਕ ਆਉਂਦੇ ਨੇ ਔਰ ਇੱਥੇ ਤੁਸੀਂ ਹਰਿਦੁਆਰ ਵਾਂਗ ਇੱਥੇ ਪੰਡਿਤ ਲੋਕ ਵੀ ਵਿਰਾਜਮਾਨ ਨੇ, ਜਿਨ੍ਹਾਂ ਨੂੰ ਪਾਂਡੇ ਅਸੀਂ ਕਹਿੰਦੇ ਹਾਂ, ਜਿਹੜੇ ਸਾਡਾ ਕਈ ਪੀੜ੍ਹੀਆਂ ਦਾ ਪਿਛਲਾ ਜਿਹੜਾ ਸਾਡਾ ਰਿਕਾਰਡ ਵੀ ਇਹਨਾਂ ਕੋਲ ਮੌਜੂਦ ਹੁੰਦਾ। ਤੋ ਇੱਥੇ ਅਸੀਂ ਉਹ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਨਾਲ ਦੱਸ ਦਈਏ, ਇੱਥੇ ਸਾਡੇ ਪਿੱਛੇ ਗੁਰਦੁਆਰਾ ਸਾਹਿਬ ਵੀ ਤੁਸੀਂ ਦੇਖ ਪਾ ਰਹੇ ਹੋ। ਇਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਇਹਨਾਂ ਦੋਨਾਂ ਦੇ ਵਿਚਾਰ ਮੁਬਾਰਕ ਚਾਰਨ ਇਸ ਸਥਾਨ 'ਤੇ ਪਏ ਨੇ। ਹਿੰਦੂ ਸਿੱਖ ਭਾਈਚਾਰੇ ਦੇ ਲਈ, ਸਮੁੱਚੇ ਹਿੰਦੁਸਤਾਨੀ ਜਿਹੜੇ ਲੋਕ ਨੇ ਉਹਨਾਂ ਵਾਸਤੇ ਇਸ ਸਥਾਨ ਦੀ ਕੀ ਅਹਿਮੀਅਤ ਆ, ਇਹਦੇ ਖੁਲਾਸੇ ਅਸੀਂ ਤੁਹਾਡੇ ਨਾਲ ਕਰਨ ਵਾਲੇ ਹਾਂ। ਇੱਥੋਂ ਦੇ ਲੋਕ ਜਿਹੜੇ ਜਾਣਕਾਰ ਨੇ ਉਹਨਾਂ ਨੂੰ ਮਿਲਾਂਗੇ ਤੇ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਅਸਥਾਨ ਦੀ ਸਾਡੇ ਲਈ ਕੀ ਅਹਿਮੀਅਤ ਹੈ ਤੇ ਇਸ ਅਸਥਾਨ ਦੇ ਤੋਂ ਸਾਨੂੰ ਕੀ ਫਾਇਦੇ ਮਿਲਦੇ ਨੇ। ਤੋ ਮੇਰੇ ਨਾਲ ਮੇਰਾ ਭਤੀਜਾ ਅਵਤਾਰ ਸਿੰਘ ਸੰਧੂ, ਇਹ ਵੀ ਇੱਥੇ ਨਜ਼ਦੀਕ ਪਿੰਡ ਬਖਲੀ ਜੀ, ਉਹਦੇ ਕੋਲ ਰਹਿੰਦੇ ਨੇ ਤੇ ਅੱਜ ਇਹ ਸਾਡੀ ਯਾਤਰਾ ਦੇ ਵਿੱਚ ਸਾਨੂੰ ਇਹ ਸਾਡਾ ਇੱਕ ਮਾਰਗਦਰਸ਼ਕ ਬਣੇਗਾ, ਸਾਨੂੰ ਨਾਲ ਸਾਡੇ ਚੱਲੇਗਾ ਗਾਈਡ ਵਾਂਗ, ਸਾਨੂੰ ਇੱਥੋਂ ਦੇ ਸਥਾਨਕ ਲੋਕਾਂ ਨਾਲ ਮਿਲਾਏਗਾ। ਤੋ ਅਸੀਂ ਦੋਵੇਂ ਜਣੇ ਤੁਹਾਨੂੰ ਲੈ ਕੇ ਚੱਲਦੇ ਹਾਂ, ਅੱਗੇ ਵਧਦੇ ਹਾਂ। ਬਹੁਤ ਬਹੁਤ ਧੰਨਵਾਦ।
ਅਸੀਂ ਪਹੁੰਚ ਚੁੱਕੇ ਹਾਂ ਸਰਸਵਤੀ ਤੀਰਥ ਦੇ ਅੰਦਰ। ਦੁਕਾਨ ਨੰਬਰ 1 ਦੇ ਉੱਤੇ ਇੱਕ ਪੰਡਿਤ ਜੀ ਸਾਨੂੰ ਮਿਲੇ ਨੇ, ਵਿਨੋਦ ਪਚੌਲੀ ਜੀ। ਇਹਨਾਂ ਕੋਲੋਂ ਬਜ਼ੁਰਗਾਂ ਕੋਲੋਂ ਕਾਫੀ ਲੰਬਾ ਤਜਰਬਾ ਲੱਗਦਾ ਇਹਨਾਂ ਦਾ। ਇਹਨਾਂ ਕੋਲ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਕੀ ਪ੍ਰਬੰਧ ਚੱਲਦਾ, ਕੀ ਵਿਵਸਥਾ ਚੱਲਦੀ, ਇਹ ਕਾਹਦੇ ਲਈ ਜਾਣਿਆ ਜਾਂਦਾ। तो आओ पहला स्वागत करिए पंडित जी। नमस्कार जी। नमस्कार जी। अच्छा पंडित जी, की है इत्थों का माहौल, ये जड़ियाँ इतनी बहियाँ रखियाँ हुई तुसी, ये की चीज़ है, ये काहदे लई रखी, की दा मकसद है? यहोवा एक जो है प्राचीन तीर्थ है जी। ब्रह्मा जी ने सृष्टि की रचना के साथ ही इस तीर्थ को रचा था। उसके बाद ब्रह्मा जी ने जब सृष्टि रची तो यहाँ ब्रह्म योनि तीर्थ है जी। वहाँ पे जो है ब्रह्मा जी ने सृष्टि की रचना की जी। और राजा पृथु के द्वारा बनाया गया सबसे पहला शहर भी ग्रंथों के अनुसार ये है। ठीक है। इसका प्राचीन नाम पृथु तक है जो ग्रंथों में मिलता है। भगवान विष्णु, कार्तिक, इंद्र आदि सभी देवता जो है यहाँ पे निवास करते हैं और जितने भी प्राचीन ऋषि मुनि हुए हैं उन सब के स्थान यहाँ पे है। अच्छा। वशिष्ठ जी का है, विश्वामित्र जी का स्थान है, आश्रम थे यहाँ पे। दर्भी ऋषि का आश्रम था। अच्छा। और शुक्र तीर्थ का, शुक्र तीर्थ है यहाँ पे शुक्राचार्य का। ठीक है जी। बृहस्पति ने यहाँ पे तपस्या की जी। मार्कंडेय ऋषि ने तपस्या की। ऐसे जो है यहाँ पे सभी ऋषियों के लगभग तीर्थ हैं। अच्छा, जितने तीर्थ हैं उन सबके यहाँ मंदिर वगैरह उनके मंदिर भी हैं और कुछ खाली स्थान है। ओके। हाँ, ठीक है। मंदिर नहीं है वहाँ पे, जी। पर घाट बने हुए हैं, घाट बने स्नान के लिए सभी जगह है। ठीक है। और यहाँ पे जो है सरस्वती नदी बहती है जी। यहाँ हम देख सकते हैं सरस्वती यहाँ पे दिखती है सामने आप। ठीक है। तो एक तो यहाँ सरोवर है जो एंट्री पे ही दिखाई देता है, उसको सरस्वती। हाँ, ये सरस्वती है। ये सरस्वती नदी का सरस्वती स्थान है। इसमें जो पानी है आ रहा है, हाँ, ये पानी अंदर बाखड़ा से आ रहा नहर है। बाखड़ा नहर से आता है। पाखड़ा नहर वाला पानी, लेकिन अभी सरस्वती नदी सरस्वती का जल नहीं है, लेकिन सरस्वती का ये स्थान है लुप्त है जी। जब सरस्वती का अवतरण हुआ धरती पे जी। तो उसको 3 जगह बाहर निकलने का आदेश था। जी। एक कुरुक्षेत्र, ये कुरुक्षेत्र भूमि है। जी जी। दूसरा पुष्कर पोखरण जहाँ बम विस्फोट किया गया था, ठीक है जी, मशहूर है वो स्थान। हाँ। और तीसरा गुजरात में सिद्धपुर है, सिद्धपुर। ठीक। वहाँ से फिर जो है ये समुद्र में चली जाती है। ठीक है। समुद्र में जाने के बाद बड़वा नल जो थे, अग्नि थी, जी। उसको लेकर जो है इनको समुद्र में डालने के लिए सरस्वती अवतरण की थी धरती पर। ठीक है। तो अभी ये जो इतने आपके पास बही पड़ी है, ये क्या मकसद है इसका जी, कैसे रखा है, क्या यहाँ होता है? पहले जो है ये सरस्वती जो पूरा है ये बना हुआ, जी। पहले पंजाब में जाने का एकमात्र यही रास्ता था। अच्छा। तो सभी व्यापारी या ये तीर्थयात्री जो है यहीं से आते जाते थे जी। ये गेट तो- नंबर 1 वाला जो हाँ, गेट नंबर 1 वाला जो ये पटियाला से होकर गया रास्ता। ओके, हाँ जी, यहाँ से जी, जी। पहले पटियाला जो है यहाँ इसी यही रास्ता जाता था। ओके। ठीक है। पेवा में धर्मशाला जहाँ आप बैठे हैं जी। ये सराय थी पहले। जी। उसके बाद जो है जी। गड़ाम गांव में, जी। गड़ाम गांव में सराय थी। जी। ऐसे ही वहाँ से 2 रास्ते हो जाते थे। जी। एक पटियाला सरहद को चला गया अच्छा। और एक इधर सुनाम को चला गया। जी। जी। सुनाम वाला जो है सरस्वती के किनारे किनारे, गग्गर के किनारे किनारे अच्छा। मुल्तान तक चला गया भाई। ठीक है। ठीक है। और ऐसे ही जो है ये पहाड़ों की तरफ और ये ठीक है। सरहद से हाँ, ये पुराना तो पंजाब ही है ना सारा, ये भी पंजाब में होता है। नहीं, पुराना पंजाब नहीं था। अच्छा। 1857 की क्रांति तक पंजाब अलग था, हरियाणा स्टेट अलग थी। अच्छा। हरियाणा की ये उस वक्त हरियाणा में आता? हरियाणा था, ये हरियाणा में था। अच्छा, ये हरियाणा में था। लुधियाना भी हरियाणा में था। अच्छा। हरियाणा आर्काइव में ऐसी बहुत सी चीज़ें हैं, जी। रिकॉर्ड है हाँ। जो पंजाब आधा जो आज का पंजाब है सतलुज से नीचे का, जी। जी। वो हरियाणा में था। अच्छा। जितनी 6 स्टेट थी, पटियाला, नाभा, हाँ। बठिंडा, कपूरथला भदौर, भी होगा। कपूरथला नहीं, अच्छा। सतलुज से नीचे का, ये सारा हरियाणा में था। ठीक। ठीक। हरियाणा की राजधानी थी हांसी। ओके। जॉर्ज थॉमस हरियाणा का राजा था ठीक है। और जितनी 6 स्टेट थी उसे वो टैक्स लेता था। अच्छा। या तो वो उसकी सहायता करते थे, पैसे देते थे। या पैसे देते। ठीक है। जिसने पैसे देने बंद कर दिए जी। तो वहाँ अपना डीसी बैठा देता था। अच्छा। ऐसे ही कैथल जिले में कैथल जिला बना गया 1843 को। ओके। 23 मई 1843 को कैथल जिला बन गया था। ठीक है। ऐसे ही लाडवा जिला उसी दिन बन गया था। अच्छा। 1853 में थनेसर जिला बन गया था। हाँ जी। फिर 1867 के बीच में सारे जिले तोड़ के हाँ। अम्बाड़ा और करनाल जिला नए बना दिए थे। वेरी गुड। ठीक। उससे पहले दिल्ली जिला था, हरियाणा का था दिल्ली जिला भी। जहाजगढ़ झज्जर के पास जिला था। अच्छा। हांसी हरियाणा की राजधानी थी।
ओके। ये आर्काइव में है ठीक है। पर किसी स्कूल की किताब में नहीं है। हाँ, यही तो त्रासदी है ना हमारी, कि हमारी जो भारतीय ज्ञान परंपरा है, हमारी जो परंपराएं इतनी बड़ी हैं जिनका कोई ना कोई मकसद है जिसके पीछे छुपा हाँ। हुआ, उसको आज हम लोगों के सामने नहीं ला पा रहे हैं। 1923 तक जी। पेवा जो है एक बड़ी मंडी भी था, अच्छा, जो व्यापार होता था। 1923 तक। हाँ। जी। तो जैसे कोई पशु बेचने के लिए आया तो पशु मेला भी यहाँ लगता था। जी। चैत्र का मेला लगता है यहाँ पे, जी। मशहूर मेला पे का चैत्र चतुर्दशी का। जी जी तो वो भी जो है यहाँ पे पशुओं का मेला था। जी। उसमें घोड़े, ऊँट, बैल सब चीज़ बिकती थी। जी जी। ऐसे ही फसल बेचने के लिए पूरे पंजाब से यहाँ आते थे। अच्छा, मतलब पेहोवा जो है इतना हाँ, बड़ा। हमारे भाइयों में सब चीज़ें लिखी हैं। जी। गुड़ लेके आया, कोई शक्कर लेके आया, अच्छा। कोई कणक बेचने आया। रिकॉर्ड मौजूद है। हाँ, रिकॉर्ड भैया के बीच में लिखा हुआ है हमारे पास। अच्छा, कोई संडे आप बेच रहा है। अपने बारे में पहले बताइए, आप कितनी पीढ़ियों से यहाँ लगभग 10 पीढ़ी 12 पीढ़ी से हम जो यहाँ 10-12 पीढ़ी हो गई यहाँ। हमारे- अच्छा, ये बताइए, जैसे मैंने सुना है, सिख इतिहास में मैंने पढ़ा भी है, एक होते जो बही का इसी का काम करते थे, लेखा जिसको बोलते हैं भट्ट। भट्ट। हाँ, वो अलग है। तो भट्ट अलग हैं। हाँ, वो राजस्थान से आते हैं। ओके। हाँ, अब तो उनका आना जाना बहुत कम हो गया है। ठीक है। जो पंजाब में तो मानते ही नहीं। आप किन में से आते हैं? ब्राह्मण में से? हम ब्राह्मण हैं, गौड़ ब्राह्मण हैं। गौड़ गौड़ हाँ, तीर्थ पुरोहित हैं। तीर्थ पुरोहित। ठीक है जी, ठीक है। ऐसे ही कुल पुरोहित आपके गांव में है। ठीक है। जो आपके गांव में ब्राह्मण हाँ जी। है, वो कुल पुरोहित है। उनको कुल पुरोहित बोलते हैं। हाँ। ठीक है। हर तीर्थ के ऊपर अलग अलग ब्राह्मण हैं, वो तीर्थ पुरोहित है। ठीक। पर उनके पास रिकॉर्ड है, ठीक। सबके पास। अच्छा। चाहे हरिद्वार चले जाओ, अच्छा। यहाँ पे आ जाओ। पहले सुनाम में भी पुरोहित थे। ठीक है। पंजाब में सुनाम है। हाँ जी। वहाँ भी पुरोहित थे। अच्छा। कैथल में पुरोहित थे, छनेश्वर में तो पुरोहित थे। सुनाम से किमें से गए? वहाँ वो भी तीर्थ है। सुनाम। अच्छा, सुनाम भी तीर्थ है। अच्छा। सूर्य का स्थान किस है। चीज़ का? सीता सरोवर है वहाँ पे। ओके। मंदिर थे, प्राचीन मंदिर थे वहाँ भी। ठीक है, ठीक है। अच्छा, जिवें हरिद्वार हाँ। और इत्थे तुसी सभी नाम तीर्थों पे दस्सिया, सभी तीर्थों पे सभी तीर्थों पे। एक कि जब वो कहते हैं कि ऐसे कहते अस्थि तारना होती हाँ, है। अस्थि तारने के लिए जो हरिद्वार जाते हैं, हाँ जी। पहले अस्थि लेके यहाँ पे आते थे। अच्छा, यहाँ गति करा के पिंडदान करके फिर हरिद्वार जाते थे। अच्छा। जो आज रास्ता है हरिद्वार जाने का, हाँ, वो सीधे चल जाते। यमुनानगर सहारनपुर, वो नहीं था। अच्छा सरस्वती किनारे किनारे जो है यहाँ से यमुनानगर जाते थे। जी। फिर चलकाना बेहट होते हुए अच्छा, शाकुम्भरा देवी है, फिर वहाँ से जो है हरिद्वार। हरिद्वार जाते थे। मतलब पहले अगर हरिद्वार जाना ਹੁੰਦਾ ਸੀ ਤੇ ਪਹਿਲੇ ਆਉਂਦੇ ਸੀ ਲੋਕ ਇੱਥੇ पहले यहाँ आते थे, फिर हरिद्वार जाते थे। ਪਿਹੋਵਾ ਤੋਂ ਫਿਰ ਨਾਲ ਇਧਰੋਂ हरिद्वार ਵੱਲੋਂ ਜਿਹੜੇ ਆ ਉਹ ਨਿਕਲਦੇ ਸੀ। कहीं भी जाए तो ये पेवा बीच में आता तो है। जो रिकॉर्ड है किसी का भी पुरातन निकला, हाँ जी। वो पहले पिहोवा में और दोनों जगह एक दोनों जगह मिलेंगे। दोनों जगह दर्ज हो रहा है। मतलब हरिद्वार ना जाए, अगर मैंने कुछ निकालना है, कोई पूछना हाँ, है, पिहोवा तो मिल यहाँ से मिल जाएगा। जैसे मैं पुराना मेरा गांव है अनंतपुर साहब के पास पड़ता है, नूरपुर बेदी। हाँ जी। नूरपुर बेदी बिल्कुल छोटा सा गांव है मेरा। हाँ। अगर मैंने जानना हो तो वो किस बही में मिलेगा? वो 3 नंबर दुकान है यहाँ। अच्छा, वो आप ऐसे अलग अलग एरिया अलग अलग इलाके हैं। दूनबीत आपका इलाका दूनबीत का इलाका है। ਤੁਹਾਡੇ ਕੋਲ? आपका जो इलाका है दूनबीत का कहते हाँ, हैं। दूनबीत कहते हैं। तो दूनबीत उनके पास है सारी। अच्छा, दूनबीत ਤੇ ਇਹ ਕਿਵੇਂ ਬਣਿਆ ਗਿਆ ਦੁਆਬਾ? दुआबा अलग अलग गांव है। दुआबे के सभी के पास, किसी पे 2 है, किसी पे 10 है। अच्छा अच्छा, ऐसे है। ऐसे ही माझे के गांव हैं, 2-2, 4-4, 5-5, किसी पे एक भी गांव है। कांगड़ा जिला पूरा किसी के पास है। ओके। ऊना जिला ਹਾਂ, ਮੈਂ ਸਮਝ बटे हुआ है। ਰਿਹਾ, ਦਰਸ਼ਕ ਵੀ ਸਮਝ ਪਾ ਰਹੇ ਹੋਣਗੇ। ਜਿਵੇਂ ਆਪਾਂ ਕੰਪਿਊਟਰ ਦੀਆਂ ਫਾਈਲਾਂ ਤਿਆਰ ਕਰ ਲੈਂਦੀਆਂ ਕਿ ਲਓ ਜੀ ਆਹ ਐਸਐਸਸੀ ਦੀਆਂ ਫਾਈਲਾਂ ਪਈਆਂ, ਉਸ ਫਾਈਲਾਂ ਦੇ ਵਿੱਚ ਸਭ ਫਾਈਲਾਂ ਪਾ ਲਈਆਂ ਕਿ ਇਹਦੇ ਵਿੱਚੋਂ ਆਹ ਚੀਜ਼ਾਂ ਨਿਕਲਣੀਆਂ। ਏਰੀਆ ਵਾਈਜ਼ ਜਿਹੜਾ ਉਹ ਕੰਮ ਵੰਡਿਆ ਹੋਇਆ। ਕਿੱਥੋਂ ਆਇਆ, ਕੋਈ ਹਰਿਆਣੇ ਤੋਂ ਆਇਆ, ਪੰਜਾਬ ਤੋਂ ਆਇਆ, ਕਿੱਥੋਂ ਆਇਆ, ਜਿੱਥੋਂ ਵੀ ਕੋਈ ਆਉਂਦਾ ਉਹਦੇ ਹਿਸਾਬ ਨਾਲ ਪੁਰੋਹਿਤ ਜਿਹੜੇ ਵੰਡੇ ਹੋਏ ਨੇ। ਔਰ ਸਾਡੀ ਜਿਹੜੀ ਪੁਰਾਤਨ ਜਾਣਕਾਰੀ ਹੈ ਉਹ ਸਾਨੂੰ ਪੀੜ੍ਹੀ ਦਰ ਪੀੜ੍ਹੀ ਲੱਭ ਕੇ ਦਿੰਦੇ ਨੇ। ਅਗਰ ਕਿਸੇ ਨੂੰ ਲੱਗੇ ਕਿ ਮੈਨੂੰ ਆਪਣੇ ਬਜ਼ੁਰਗਾਂ ਬਾਰੇ ਨਹੀਂ ਪਤਾ, ਮੈਨੂੰ ਜਾਣਕਾਰੀ ਨਹੀਂ ਹੈ, ਤੇ ਉਹ ਆਪਣਾ ਨਗਰ, ਆਪਣਾ ਪਿੰਡ, ਏਰੀਆ ਦੱਸ ਕੇ ਇੱਥੇ ਆ ਕੇ ਪੁਰੋਹਿਤਾਂ ਕੋਲੋਂ ਜਾਣਕਾਰੀ ਜਿਹੜੀ ਆ ਉਹ ਲੈ ਸਕਦਾ। ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਇੱਕ DNA ਦੀ ਅੱਜ ਖੋਜ ਜ਼ਰੂਰ ਕੀਤੀ ਜਾਂਦੀ ਹੈ। ਲੋਕੀ ਕਹਿੰਦੇ DNA ਦੇ ਟੈਸਟ ਕਰਵਾਓ, ਲੇਕਿਨ ਮੈਨੂੰ ਲੱਗਦਾ ਕਿ DNA ਦੀ ਇੱਕ ਵੱਡੀ ਲੈਬੋਰਟਰੀ ਜਿਹੜੀ ਹੈ, ਆਥੈਂਟਿਕ ਲੈਬੋਰਟਰੀ
ਸਬੂਤਾਂ ਸਮੇਤ ਸਾਨੂੰ ਜਿਹੜੀ ਆ ਉਹ ਇਹਨਾਂ ਅਸਥਾਨਾਂ ਤੋਂ ਅੱਜ ਵੀ ਮਿਲਦੀ ਹੈ। ਤੋਂ ਅਸੀਂ ਪੰਡਤ ਜੀ ਨੂੰ ਵੀ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਅਗਰ ਹੋ ਸਕੇ ਤੇ ਤੀਰਥ ਸਥਾਨ ਦੇ ਅੰਦਰੋਂ ਵੀ ਜਿਹੜੇ ਆ ਵੱਖ-ਵੱਖ ਇਲਾਕਿਆਂ ਦੇ ਜਿਹੜੇ ਦਰਸ਼ਨ ਆ ਉਹ ਵੀ ਜ਼ਰੂਰ ਕਰਵਾਉਣ। ਤੇ ਆਓ ਆਪਾਂ ਹੁਣ ਅੱਗੇ ਵਧਦੇ ਹਾਂ, ਹੋਰ ਜਾਣਕਾਰੀਆਂ ਵੀ ਆਪਾਂ ਨਾਲ ਦੀ ਨਾਲ ਇਹਨਾਂ ਕੋਲੋਂ ਲਵਾਂਗੇ। ਜੁੜੇ ਰਹੋ ਸਾਡੇ ਨਾਲ। ਕੇਸਰੀ ਵਿਰਾਸਤ ਲਈ ਗੁਰਪ੍ਰੀਤ ਸਿੰਘ ਸੰਧੂ। गुरु गोविंद सिंह जी के हस्तलिखित हैं, हस्ताक्षरी हैं उनके, बस उनके हाथ के लिखा हुआ है सारा का सारा। गुरु पर एक किमें आया ਤੁਹਾਡੇ ਕੋਲ? ये जो है हम इनके पुरोहित हैं, सोडी वंश के। सोडी वंश, हाँ, जो आज भी उनके परिवार के इधर दूसरे भाइयों के परिवार हैं उनके, जी जी जी, हाँ। बुजुर्गों के, वो सारे यहाँ पे आज भी आते हैं। वेरी गुड। वो अलग अलग गांव के बीच में रहते हैं, तो वो ऐसे ही गाँवों के बीच में। अच्छा, ਤੁਸੀਂ ਕਿਹੜੇ वंश ਦੇ पुरोहित हैं? महाराजा रंजीत सिंह का रिकॉर्ड है हमारे पास, अच्छा, और गुरुओं का रिकॉर्ड है सोडियों का। सोडियों का रिकॉर्ड। बेदी किसी और के पास है, ओके। तिलहुण और बल्ले किसी और के पास है। अगर मतलब ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦੀ ਕੁਲ ਜਾ हाँ, वो उनके कुल, ਜਾਣੀ ਤਾਂ ਬੇਦੀਆਂ ਦੀ ਕੁਲ ਵਾਲੇ वो ਦੀ बेदी कुल वालों के पास मिलेगा। ਸੋਢੀ ਵੰਸ਼ ਦਾ ਜਿਹੜਾ सोडी वंश के वाले हमारे पास ਉਹ है। ਤੁਹਾਡੇ ਕੋਲ 7 हमारे पास है, बाकी 3 अलग अलग के पास है। अच्छा, नहीं सोਢੀ वंश के, सोडी वंश के 7 थे ना। अच्छा हाँ, 7 ਸੋਢੀਆਂ हाँ। ਪੀੜੀਆਂ। ਅੱਛਾ, ਤੁਹਾਡੇ ਕੋਲ ਕਿਹੜੀ ਹੈ ਉਹਨਾਂ ਚੋਂ? सारी है, बस बाकी ਅੱਛਾ, ਤਿੰਨ ਕਿਹੜੀ? 3 जो पहले जो 3 गुरु हैं, गुरु नानक देव जी बेदी थे, हाँ, दूसरे बल्ले थे, सतगुरु हाँ, ਸਾਹਿਬਾਨ। बाकी 7 जो है सोडी के, ਸੱਤ ਲੋਕਾਂ ਦੀ। हाँ, उनके हमारे पास है। ਵੈਰੀ ਗੁੱਡ। 7 ਗੁਰੂ ਸਾਹਿਬਾਨ ਦੇ हाँ, उन्हीं से जो उदासी मेहरबान के, कोई धीरमल के, कोई ऐसे जो है अच्छा। उदासीन बने, वो भी सारे हमारे पास है। ਅੱਛਾ, ਜੇ ਥੋੜੀ ਅਸੀਂ ਉਹਨਾਂ ਦੀ ਕੋਈ ਪੋਥੀ ਹੈ ਤੁਹਾਡੇ ਜਿੱਥੇ ਹਾਂ, ਹਾਂ, ਰਿਕਾਰਡ ਹੈ, ਅਸੀਂ ਤੁਹਾਡੇ ਕੋਲ ਥੋੜੀ ਜਾਣਕਾਰੀ ਲੈਣੀ ਚਾਹੀਏ ਤਾਂ ਦਰਸ਼ਕਾਂ ਲਈ। हाँ, दिखा देते ਹਾਂ, ਧੰਨਵਾਦ। ਦਿਖਾ ਦਿਓ ਜੀ, ਦਿਖਾ ਦਿਓ ਪਲੀਜ਼। नहीं, ये कार्ड पहले जैसे दुआबा है, हाँ हाँ, ठीक है, ऐसे ही बठिंडा जिला, मानसा जिला ठीक है। जो है, ये फिरोजपुर जिला, ये कहलाता था जंगल। हाँ, जो गुरु का कोठा है उधर क्या? गुरु का कोठा गांव है, हाँ जी। इसके बीच में जो है ये गुरुओं जी की वंशावली है कि 12 अखबार में छपी थी ये। अच्छा जी। ये गुरु अर्जन देव जी से लेके और आज जो करतारपुर के बीच में जो है कंवर चरणजीत सिंह जी, उन तक का जो है, अमरिंदर सिंह सोडी तक का जो है रिकॉर्ड है ये। ठीक है जी, ठीक है। तो ਇਹਦਾ ਮਤਲਬ ਸਾਡੇ ਕੇਸਰੀ ਗੁਰੂ ਵਿਰਾਸਤ ਅਰਜਨ ਦੇ ਦੇਵ ਦਰਸ਼ਕਾਂ ਲਈ, ਪਾਠਕਾਂ ਲਈ ਵੀ ਇੱਕ ਵਡਮੁੱਲਾ ਦਸਤਾਵੇਜ਼ ਇਹ ਹੋਣ ਜਾ ਰਿਹਾ, ਜਿਹਦੇ ਉੱਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਭਾਗਾਂ ਵਾਲੇ ਹਾਂ ਕਿ ਅਸੀਂ ਉਹਨਾਂ ਪੁਰੋਹਿਤ ਜੀ ਕੋਲ ਪਹੁੰਚੇ ਹਾਂ ਜਿਹੜੇ ਪੁਰੋਹਿਤ ਜੀ ਦਾ ਸੋਢੀ ਵੰਸ਼ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਔਰ ਸਾਹਿਬਜ਼ਾਦਿਆਂ ਦਾ ਉਹਨਾਂ ਦੀ ਅੱਗੇ ਜਿਹੜੀ ਪੀੜ੍ਹੀ ਚੱਲੀ ਹੈ ਉਹਦਾ ਸਾਰਾ ਰਿਕਾਰਡ ਇਸ ਥਾਂ ਤੇ ਸਾਨੂੰ ਮੌਜੂਦ ਮਿਲੇਗਾ ਜੀ। और जो यहाँ ये क्या नाम इसका, बाबा बड़भाग सिंह, जी, वो भी वो छोटी- कम से कम 10 बार आए हैं यहाँ पे। अच्छा जी। हाँ, उनका रिकॉर्ड किसी और के पास है। ਅੱਛਾ, ਕੋਈ ਇਸ ਤਰ੍ਹਾਂ ਦਾ ਰਿਕਾਰਡ ਵੀ ਹੈ ਕਿ ਗੁਰੂ ਸਾਹਿਬਾਨ ਇੱਥੇ ਕੋਈ ਆਏ ਸੀ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਉਹਨਾਂ ਦਾ ਕਿਸੇ ਦਾ नहीं, बस एक सिर्फ फतेह सिंह के, साहिबजादे फतेह सिंह का लिखा हुआ है। ਸਾਹਿਬਜ਼ਾਦਾ ਫਤਿਹ ਸਿੰਘ? हाँ। ਉਹ ਤਾਂ ਕਾਫੀ ਬਾਲ ਅਵਸਥਾ ਸੀਗੇ। बाल अवस्था तो कहते हैं, पर लिखा उनके हाथ का है। ਅੱਛਾ, अर्जनमल महादेव बेटे गुरु रामदास जी के, रामदास जी के पिता हैं हरदास, यहाँ पे लिखा हुआ। गुरु मेहरबान चंद्रसेन, लालचंद, निहालचंद पृथ्वीमल के लड़के, हरजी, कर्णमल, चतुर्भुज ये मेहरबान के लड़के, नारायण दत्त, हरगोपाल गुरु हरजी के लड़के, गुरु कमलनैन बेटा नारायण का लड़का, गुरु गुरुदित्ता गुरु हरगोपाल का लड़का, गुरु बनमाली दास, हरनंद, सदानंद, अमरीक राय गुरु कौल जी के लड़के, गुरु अभय राय, जयराम, बालकिशन गुरु बनमाली दास के लड़के, ये जो हैं इनके सभी के नाम लिखे हुए हैं। गुरु अभयराज, ये फतेह सिंह आए कोई यहाँ पे, गुरु साहबजादा फतेह सिंह,
पेवे के बैसाख के ग्रहण को स्नान करने के लिए। ਕਿਹੜੇ ਸਾਲ ਲਿਖਿਆ? ये सन सुन कुछ नहीं लिखा जी। अच्छा विसाख ਨੂੰ साइन। हाँ, ये उनके फतेह सिंह जी के साइन है। ये किसका साइन लिखा हुआ है? ये जो हाथ लिखता है किसका? ये तो हमारे बुजुर्गों का लिखा हुआ है लाइन। ठीक है, क्या लिखा है? दस्तखत फतेह सिंह के। ये ऊपर जो लिखा है एक ओंकार सदगुरु प्रसादी जी साहिबजादा फतेह सिंह जी माता साहिब देवा के साथ में पेवे में आए। ओके। ਉਸੇ ਸਥਾਨ ਦੇ ਉੱਤੇ ਇਹ ਦੋ ਪਰਿਵਾਰ ਨੇ ਜਿਹੜੇ ਸਾਰਾ ਗੁਰੂ ਸਾਹਿਬਾਨ ਦਾ ਸਤਿਗੁਰੂ ਸਾਹਿਬਾਨ ਦਾ ਜਿਹੜਾ ਰਿਕਾਰਡ ਆ ਸੋਢੀ ਵੰਸ਼ ਦਾ ਇਹਨਾਂ ਕੋਲ ਆ, ਲੇਕਿਨ ਉਹਨਾਂ ਦੇ ਵਿੱਚੋਂ ਵਿਨੋਦ ਜੀ ਨਾਲ ਅਸੀਂ ਗੱਲ ਕਰ ਸਕਿਆ। ਇੱਕ ਸਾਡੇ ਨਾਲ ਭਾਈ ਸਾਹਿਬ ਹੋਰੇ ਪਾਂਡੇ ਜੀ, ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ। अमित गौड़ मेरा नाम है जी। जी हम आपस में दोनों भाई हैं, चाचे ताऊ के बेटे हैं, मैं इनके ताया जी का बेटा हूँ जी जी और प्रोताई का काम करते हैं हम। ਜੀ ਜੀ ਹਾਂਜੀ। ਦੋ ਅਮਿਤ ਗੌੜ ਜੀ ਹੁਣੇ ਗੱਲ ਕਰ ਰਹੇ ਸੀ, ਤੁਸੀਂ ਦੱਸ ਰਹੇ ਗੁਰੂ ਅਰਜਨ ਦੇਵ ਮਹਾਰਾਜ ਦਾ ਰਿਕਾਰਡ ਤੁਹਾਡੇ ਕੋਲ ਜੀ। ਹੋਰ ਕਿਹੜੇ ਕਿਹੜੇ ਗੁਰੂ ਸਾਹਿਬਾਨ ਦਾ ਰਿਕਾਰਡ ਹੈ ਜੋ ਅਮਿਤ ਗੌੜ ਜੀ ਤੁਸੀਂ ਲਿਖ ਰਹੇ ਹੋ? हमारे पास तो गुरु अर्जन देव जी का ही है। वैसे हमारा सारे परिवार हमारे पास ही हैं। ठीक है। जिस प्रकार लोग अपनी खेती जमीन जायदाद आपस में बांट लेते हैं, वैसे भाइयों ने हमने अपने अपने परिवार कहाँ बांट लिया? मतलब हमने आपस में काम, हमारा कोई ठीक है, डिस्प्यूट नहीं है। हाँ, वो तो जैसे बंटवारा सभी का होता है वैसे हमारा होता है, वैसे काम बांट के। हाँ, काम बांट लिया जी। ठीक है। और तो गुरु अर्जन देव जी के बारे में क्या क्या जानकारी आपके पास मौजूद है? ऐसा है जी, गुरु अर्जुन देव जी का जो परिवार है उनकी वंशावली मेरे पास मैं लिखी हुई है। कैमरामैन को बेनती करूंगा नजदीक आ जाना। हाँ जी गुरु अर्जुन देव जी का ये परिवार है जी जो बुताड़ा गांव है अमृतसर में, वहाँ उनकी वंशावली की पैदाइश जो मानी जाती है वहाँ ठीक है जी। जो हमारे पास लिखा हुआ है ਤੁਹਾਡੇ ਕੋਲ जो रिकॉर्ड है जी। ये बुताला के हिसाब नाल में बुताले के साथ। ठीक है जी। तो जैसे सोडी गुरु के बोलते हैं उन्हें जी जी इनमें गुरु अर्जन दास, गुरु महादेव, जी। गुरु पृथ्वीचंद बेटे गुरु रामदास जी के। गुरु अर्जन दास जी लिखा हुआ है। हाँ, दास लिखा हुआ है। ऐसा है जी, सिंह जो लगाने की प्रथा चली है जी जी नहीं वो तो खालसा पंथ से ही सिंह की तो एक उपाधि थी शेर की जो दी हुई थी। अर्जन दास जी लिखा है जी बिल्कुल दास अर्जन लिखा देव हुआ जी नहीं है। नहीं, गुरु महादेव लिखा है तो महादेव ही थोड़ी लिखा है। क्लियर हो गई है। पृथ्वीचंद लिखा है तो पृथ्वीचंद ही लिखा है। ठीक है जी ठीक है। जो हमारे पास लिखा हुआ है, हाँ जी, हमारे बुजुर्गों ने जो 300-400-500 साल पहले लिखा ठीक है है। वही हम आपको वही- बताएंगे, ठीक इससे है। अलग हम कुछ नहीं ठीक है जी। बताते। हाँ जी आगे गुरु हरगोविंद जी जी अर्जुन दास जी के बेटे, गुरु मेहरबान चतुर्भुज ठीक है। बेटे पृथ्वीचंद जी के बेटे, हाँ, गुरुदीता अणीराम अटल राय, हाँ। गुरु तेग बहादुर बेटे हरगोविंद जी के, हरगोविंद जी के ठीक है मेहरचंद, इंद्रसेन, लालचंद, निहालचंद, कर्णमल जी पृथ्वीचंद जी के बेटे, हरजी हरगोपाल बेटे मेहरबान जी के, जी जगत राय, मोहनदास, सोहनदास कर्णमल के लड़के, जी पोते मेहरबान जी के, जी। निर्भो, और ये थोड़ा कटा हुआ है कागज में, जी अजैब सिंह ही है मेरे, अजैब राय जी और धीरमल ठीक। बेटे गुरु गुरुदित्ते जी के, गुरुदत्ता जी के थे। गुरु ये क्या लिखा है दी सिंह, ये भी कागज फट गया थोड़ा, जी। बेटे तेग बहादुर जी के, जी फतेह सिंह, जोरावर सिंह, जी। रणजीत सिंह, हमारे पास बेटे गुरु गोविंद सिंह जी के बेटे। अच्छा रणजीत सिंह भी लिखा है। हाँ जी, हमारे पास रणजीत सिंह लिखा है। ओके। तो ये सारी वंशावली है। अजीत सिंह की था अजीत सिंह की जगह रणजीत सिंह लिखा हुआ है, अजीत सिंह जी के पुराना नाम होगा, आपस में मुझे बोलते होंगे। ठीक है ठीक तो अभी भी जैसे अभी जो इन गुरु जी के परिवार से संबंधित जो भी परिजन है जी जी। वो आज भी हमें मान रहे हैं। ये देखो, आगे की उनकी पीढ़ी में हाँ, ये अभी हाँ जैसे ये लेटेस्ट है, ये सोडी परिवार है, कौन है थोड़ा सुना दीजिए। ये अब नजीमाबाद बिजनौर में बस गए हैं जाके ना। ठीक है जी। हरिद्वार भी रहता है इनका परिवार। ठीक है। जैसे ज्ञान सिंह, महेंद्र सिंह, बलवंत सिंह, जगीर सिंह, दर्शन सिंह, ज्ञान सिंह के लड़के। जी। तो ये मोहन सिंह जी आए, ये इन्हीं एक ही परिवार है, मतलब जो ब्लड लाइन है हाँ। वो गुरु जी के परिवार के साथ टच ठीक है ठीक है। वो बताएंगे थोड़ा ताकि पता चल जाए कहाँ इनके। हाँ, ये अलग अलग जगह बैठे हुए, जैसे मैं आपको बता देता हूँ, ये जो जैसे इसका इंडेक्स बना हुआ है कि कहाँ कहाँ वो परिवार चले गए। हाँ। तो जैसे अमृतसर में चले गए जी परिवार, ठीक है। बटाले में चले गए जी, बुताले में जो है ही है, बुताला तो इनकी बुताला में। जो हाँ बर्थ बोन जो रहा है वहाँ पे रहा जी। एक परिवार बुर्ज लाहौर में चला गया था जिनका, ठीक है। फरीदकोट में है, साहोवाल है अमृतसर में, ठीक है जी। गुरदासपुर में, जल्लू खेड़ा है गुरदासपुर जिले में, हाँ है जी। हरदे झंडे गाँव में चले गए थे ये परिवार, ठीक है। चंडीगढ़ में, दीनानगर में, बंगिया में, इस प्रकार से चुगावा है,
पटियाला इसके पास गराचो है, पटियाला समाने के पास। ਇਹ ਮਤਲਬ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸੋਢੀ ਵੰਸ਼ ਦਾ ਪਰਿਵਾਰ ਆ ਕਿੱਥੇ ਕਿਤੇ ये ਜਾ ਕੇ हाँ उनके जी 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 हाँ जी ठीक। जैसे संगतपुर में चले गए, संगतपुर सोडिया है, वहाँ भी परिवार है। कपियाले में रहते हैं जी ठीक ये। है। अलीगढ़ में यूपी में भी चला गया, अलावलपुर में, सहारनपुर में है, ठीक है। दुबई में, गंगानगर में। तो जो जैसे जैसे जिस प्रकार जो जहाँ जिसका वो बनता चला गया, ठीक है। तो वो वहाँ वहाँ वैसे वैसे परिवार शिफ्ट होते हैं। ਪਰਿਵਾਰ ਸ਼ਿਫਟ ਹੋ ਗਏ। ਬਹੁਤ ਬਹੁਤ ਧੰਨਵਾਦ ਪੰਡਿਤ ਜੀ ਤੁਹਾਡਾ, ਤੁਸੀਂ ਸਾਨੂੰ ਵੱਡੀ ਮੁੱਢਲੀ ਜਾਣਕਾਰੀ ਦਿੱਤੀ ਗੁਰੂ ਅਰਜਨ ਦੇਵ ਜੀ ਦੇ ਸੋਢੀ ਵੰਸ਼ ਦੇ ਪਰਿਵਾਰ देखिए एक और किंवदंती प्रचलित है, वैसे उसका कोई लिखित उल्लेख तो नहीं है, लेकिन सुनने में आता है, हम जैसे पीढ़ी दर पीढ़ी अपने बुजुर्गों से सुनते हैं। जी तो यहाँ से 4 किलोमीटर दूर ही गुरुद्वारा जोड़ा साहब बना हुआ है। ठीक है जी गुरु गोविंद सिंह जी जब यहाँ आए थे इस पृथ्वी पे, जी तो उन्होंने इस धरती को इतना पवित्र माना कि 4 किलोमीटर दूर उन्होंने अपने जोड़े उतार दिए थे जी जी कि भाई ये इस पवित्र धरती पे मैं जूते लेके नहीं जाऊंगा। तो नंगे पैर ही उन्होंने तीर्थ भ्रमण अच्छा, किया, ये मतलब जिनके नाम से 10वीं पातशाही बनी हुई है गुरुद्वारा। यहाँ छठी कौन सी पातशाही? 6वीं पातशाही, 6वीं 9वीं 10वीं तीनों है जी ये। अच्छा जी तो यहाँ आए, उन्होंने भ्रमण किया, तभी उनके नाम से यहाँ गुरुद्वारा साहब स्थापित। ये तो देखिए पुरोहित तो पुरोहित ही रहेगा जी, और पीढ़ी दर पीढ़ी वो हमें मानते आए। हाँ। और आज भी अगर उनके वंश का कोई होता तो ये देख के हमें पुरोहित ही मानते। पुरोहित और यजमान का जो संबंध है बहुत अटूट है, बाकी सभी संबंध एक समय पश्चात टूट जाएंगे। ਇੱਕ ਮੈਨੂੰ ਯਾਦ ਆ ਰਿਹਾ ਇਤਿਹਾਸ ਦਾ ਇੱਕ ਕੋਈ ਪਾਤਰ ਹੈ ਪੁਰੋਹਿਤ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਸੀਗੇ, ਗੁਰੂ ਅਰਜਨ ਦੇਵ ਜੀ ਦੇ ਵੇਲੇ ਉਹ ਪੁਰੋਹਿਤ ਸੀਗਾ, ਕੋਈ ਆਪਣੇ ਬਜ਼ੁਰਗਾਂ ਤੋਂ ਸੀਗੇ, ਕੋਈ ਕੌਣ ਸੀਗੇ? नहीं, वो जो वहाँ में देखिए हम लोग तीर्थ पे काम करने वाले तीर्थ पुरोहित हैं। ओके जिस प्रकार आप यहाँ पे आए तो जो यहाँ से संबंधित कार्य है वो तीर्थ पुरोहित तीर्थ पुरोहित कराता कराता है। जैसे विशेष रूप से जो पिहुआ ऐसा। पितृदत्त तीर्थ है, हाँ। वो गति पिंडदान के लिए जाना जाता ठीक है, ठीक है। जो भी मृतक होते जी। हैं तो उनका पिंडदान यहाँ पे किया जाता है। 2 मेले भी लगते हैं यहाँ, चैत्र में और असुजम के अमावस पे। ठीक है। तो वो विशेष कार्य है। वो जो घर पे रहे, जो घर पे यज्ञ का काम करते थे या विवाह शादी कराते थे, हाँ। या मुंडन संस्कार जो भी करते थे, वो घर के कुल पुरोहित होते थे। कुल पुरोहित, वो ठीक है। पुरोहित दोनों हैं, मतलब लेकिन वो वो कुल के रिकॉर्ड पुरोहित होगा। नहीं, उन पे रिकॉर्ड नहीं होगा, लेकिन वो वहाँ के कुल के उनके सारे कार्य करते हैं। कार्य। हम तीर्थ से संबंधित कार्य करते हैं। ठीक है जी ये यहाँ बहुत बहुत धन्यवाद। ठीक है जी, नमस्कार। गुरु अर्जन दास जी, गुरु महादेव, गुरु पृथ्वीचंद, बेटे गुरु रामदास जी के, गुरु हरगोविंद राय अर्जुन दास जी के बेटे, गुरु मेहरबान चतुर्भुज किसके भी है? ਅੱਛਾ ਪੰਡਿਤ ਜੀ ਇੱਕ ਚੀਜ਼ ਦੱਸਿਓ, ਜਿਵੇਂ ਗੁਰੂ ਸਾਹਿਬਾਨ ਦਾ ਤੁਹਾਡੇ ਕੋਲ ਸਾਰਾ ਰਿਕਾਰਡ ਹੈ ਜੀ। ਕੀ ਉਸ ਤੋਂ ਬਾਅਦ ਜੋ ਨਿਹੰਗ ਸਿੱਖ ਹੋਏ ਜਾਂ ਖਾਲਸਾ ਫੌਜਾਂ ਹੋਈਆਂ ਜਾਂ ਹੋਰ ਉਹਨਾਂ ਨੇ ਵੀ ਕੋਈ ਰਿਕਾਰਡ ਤੁਹਾਡੇ ਕੋਲ ਕਦੇ ਲਿਖਾਇਆ? जी, वो समय समय पर यहाँ पर जिस प्रकार गुरु जी की जो जैसे चाटड़े बोलते थे उन्हें जी अच्छा तो वो यहाँ आते रहे हैं। उनके भी डेरों का, जैसे कर्णमल का डेरा है, हाँ। दक्षिणी राय का डेरा है, इस प्रकार से सभी डेरों से संबंधित जो भी लोग हैं, हाँ। उनका भी उल्लेख उसमें हुआ है। ठीक। जैसे जैसे समय समय पर युद्ध से संबंधित और कोई विषय हम जब जैसे हमारे पे बन पड़ा इस युद्ध क्षेत्र में, हमने उस प्रकार गुरु जी की सेना की मदद की अपनी तरफ से। ठीक है। जब भी वो यहाँ आए, उनको खाने से संबंधित, सामान से संबंधित या रुकने की व्यवस्था उनकी। अच्छा कुल पुरोहित जी, वो लड़ाई तो हमारी ही लड़ रहे थे ना जी। हाँ, हाँ। अगर वो सेना हमारे लिए ना लड़ती, गुरु जी की फौजें, जी। तो आज तो जनेऊ खत्म हो जाता ना जी। हाँ, हाँ। तो लड़े तो हमारे लिए ही। हाँ। जिस प्रकार हमारे को मदद पड़ी, पैसे की, टके की, रुकने की व्यवस्था की, भोजन की, ठीक है। तो हमने फौज वैसे ही साथ दिया। पहले तो हमारे परिवारों में भी एक प्रथा थी जी, कि जो घर का सबसे बड़ा पुत्र होता था जी। उसको हम फौज में भेजते थे। ठीक। हमारे खुद के परिवारों के लोग जो हैं, हाँ। कि हम सिंह बनाते थे उसे। हाँ जी। तो हमारे भी कुछ वंशावलियों में, परिवारों में, जैसे हमारे बुजुर्गों के नाम है तो उनके आगे सिंह लगा हुआ है। हालांकि हम ब्राह्मण हैं, हाँ। लेकिन वो सिंह लगाते। सिंह 9वीं हमारे से 9वीं पीढ़ी जो हाँ, कुशयाल सिंह था। तो हम पहले बड़े बेटे को, जैसे हमने देखो इसका कुछ लिखा तो नहीं हुआ, लेकिन बुजुर्गों से पीढ़ी दर पीढ़ी सुनते आए हैं, तो वो बड़े बेटे को गुरुद्वारे में दे देते थे, भी दान करते थे एक तरह से, भी हमारा बेटा गुरु की फौज में रहेगा और वो गुरु साहब के लिए और हमारे पंथ को बचाने के लिए हमारी मदद करे। अच्छा पंडित जी, और दूसरे जैसे सोडी वंश का आपने कहा जी। वैसे आम जो गोत्र हैं दूसरे, किस किस गोत्र के आप पुरोहित हैं? देखो हमारे पास लगभग सभी गोत्र हैं। यहाँ 200-250 के करीब पुरोहित परिवार है। ठीक है। मूलतः यहाँ जम्मू, हिमाचल, पंजाब, जी। थोड़ा राजस्थान और दिल्ली, और जो पंजाब चला गया लैंदा पंजाब जिसको बोलते हैं आप, पाकिस्तान पाकिस्तान में, में हाँ। वहाँ से काफ़ी लोग माइग्रेट होके इधर आए। ठीक है।
उस पूरे एरिया से लेके और यहाँ तक सिर्फ एक ही तीर्थ है पंजाब का जो प्राचीन है, वो सरस्वती तीर्थ है। इसके बीच में इस इलाके में कोई भी प्राचीन तीर्थ नहीं था, नहीं है। बाकी सब जो है बाद में बने हैं। तो लोग उधर से अस्थि प्रवाह करके, अस्थि प्रवाह से भी पहले बल्कि अस्थियाँ अपने साथ लेके चलते थे। पहले पेहोवा में गति होती थी, फिर उसके बाद हरिद्वार में फूल डाले जाते थे कनखल में, ठीक, हाँ। फिर कनखल से फिर वो गया जी जाते थे। ये हमारा काम का पूरा ब्यौरा है संक्षेप में। ठीक है, ठीक। तो ये सारा इस एरिया का जो पंजाब लैंदा या चढ़दा या जम्मू या हिमाचल, जो जॉइंट पंजाब जिसे आप कहते हैं, ठीक। वो सब का जो है मेन तीर्थ पंजाबियों का यही यही। था। आज भी ऐसे ही मेले लग रहे हैं, आप देखो यात्री आ रहे हैं, हर रोज नित्य प्रति का ये कार्य है, तो वो चल रहा है जी सब। चल रहा है, ठीक है। लड़ाई तो हमारे लिए लड़ाई गुरु जी ने, हाँ, हिंदुओं को ही तो बचाना है, गाय को तो बचाना था, हिंदू को ही तो बचाना था। ये जी। अगर आसान होता कार्य, वो भी सब लोग इस्लाम मान लेते, तो फिर वो हमारे लिए खत्म ही हो जाता काम। आज ना बनी होती, ना गुरुजी का नाम होता, ना पुरोहित का नाम होता, ना कोई किसी प्रकार का कोई कार्य होता। वो लड़े, तभी आज हम स्टेबल हैं, तभी आज हम उनका नाम ले रहे हैं, उनको हम मानते हैं, उनको हमारे लिए पूजनीय है कि उन्होंने हमारी रक्षा करी। रक्षा करें, ठीक है जी। बहुत बहुत धन्यवाद जी। ठीक है जी, आपको नमस्कार है। तो सरस्वती तीर्थ ਪਿਹੋਵਾ 'ਚ ਮੌਜੂਦ ਹਾਂ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਸਾਹਿਬ। ਇਸ ਤੀਰਥ ਦੇ ਉੱਤੇ ਮੁੱਖ ਸਥਾਨ ਤੇ ਸੁਸ਼ੋਭਿਤ ਨੇ ਪਾਤਸ਼ਾਹ 6ਵੀਂ ਤੇ 9ਵੀਂ। ਤੋਂ ਇੱਥੇ ਸਾਡੇ ਨਾਲ ਇੱਥੋਂ ਦੇ ਮੁੱਖ ਗ੍ਰੰਥੀ ਸਾਹਿਬ ਨੇ। ਅਸੀਂ ਇਹਨਾਂ ਨਾਲ ਮੁਲਾਕਾਤ ਕਰਕੇ ਜਾਣਾਂਗੇ ਕਿ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਕੀ ਮਹੱਤਤਾ ਤੇ ਕਿਹੜੇ ਕਿਹੜੇ ਗੁਰੂ ਸਾਹਿਬਾਨ ਦੇ ਪਾਵਨ ਚਰਨ ਇੱਥੇ ਪਏ ਨੇ। ਤੋਂ ਆਓ ਮਿਲਦੇ ਹਾਂ ਗ੍ਰੰਥੀ ਸਾਹਿਬ। ਗ੍ਰੰਥੀ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਹੈ ਭੇਵੇ ਸ਼ਹਿਰ ਦੇ ਵਿੱਚ, ਡਿਸਟ੍ਰਿਕਟ ਕੁਰਸ਼ੇਤਰ, ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਇਹ ਸਰਸਤੀ ਦੇ ਕੰਢੇ ਵੇ, ਜੋ ਕਿ ਪੁਰਾਤਨ ਸਮੇਂ ਦੇ ਵਿੱਚ ਲੋਕੀ ਦੂਰੋਂ ਦਰੇੜੋਂ ਆ ਕੇ ਗਤੀ ਕਰਾਉਣ ਵਾਸਤੇ ਆਉਂਦੇ ਸੀ। ਤੇ ਫਿਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ 1507 ਈਸਵੀ ਨੂੰ ਇਸ ਸਥਾਨ ਤੇ ਆਏ ਤੇ ਉਹਨਾਂ ਨੇ ਜਿਹੜੇ ਲੋਕ ਭਰਮਾਂ ਵਿੱਚ ਪਏ ਸੀ ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ, ਭਾਈਏ ਜੀਵ ਦੇ ਕੀਤੇ ਹੋਏ ਜੀਵ ਦੇ ਨਾਲ ਨਹੀਂ ਜਾਂਦੇ, ਜੀਵ ਦੇ ਕੀਤੇ ਹੋਏ ਕਰਮ ਹੀ ਨਾਲ ਜਾਂਦੇ ਨੇ। ਇਹਨਾਂ ਭਰਮਾਂ ਦੇ ਵਿੱਚ ਪੈ ਕੇ ਤੇ ਸਤਿਗੁਰਾਂ ਨੇ ਕਿਹਾ ਸੀ, ਭਾਈ ਤੁਸੀਂ ਪ੍ਰਮਾਤਮਾ ਦਾ ਨਾਮ ਲਓ ਕਿ ਜਿਹੜਾ ਕਿ ਇਸ ਜੀਵਨ ਦੇ ਵਿੱਚ ਤੇ ਅਗਲੇ ਸੰਸਾਰ ਦੇ ਵਿੱਚ ਜਾ ਕੇ ਇਹ ਲੇਖੇ ਵਿੱਚ ਲੱਗਦਾ ਜੀ। ਉਸ ਤੋਂ ਉਪਰੰਤ ਫਿਰ 1616 ਦੇ ਵਿੱਚ ਮੇਰੇ ਪੀਰ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਆਏ ਤੇ ਜੇ ਕਿ ਉਹਨਾਂ ਟਾਈਮਾਂ ਦੇ ਵਿੱਚ ਲੋਕ ਆਪਣੇ ਜਾਤਾਂ ਪਾਤਾਂ ਦੇ ਵਿੱਚ ਵੱਡੇ ਪਏ ਸਨ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਭਾਈ ਇਸ ਤਰ੍ਹਾਂ ਉੱਪਰੋਂ ਉੱਠ ਕੇ ਪ੍ਰਮਾਤਮਾ ਦੀ ਬੰਦਗੀ ਕਰੋ ਕਿ ਜਿਸ ਕਰਕੇ ਇਸ ਜਿਹੜਾ ਮਨੁੱਖ ਇਹ ਸੰਸਾਰ ਤੇ ਆਇਆ। ਫਿਰ 1675 ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਸ਼ਹਾਦਤ ਦੇਣ ਜਾਂਦੇ ਨੇ, ਇਸ ਅਸਥਾਨ ਤੇ ਪਾਵਨ ਚਰਨ ਪਾਏ ਤੇ ਇਹ ਸੰਗਤਾਂ ਨੂੰ ਸਮਝਾਇਆ, ਭਾਈ ਨਾ ਕਿਸੇ ਨੂੰ ਡਰਾਉਣਾ ਹੈ ਤੇ ਨਾ ਹੀ ਕਿਸੇ ਤੋਂ ਡਰਨਾ ਹੈ। ਫਿਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਅਸਥਾਨ ਤੇ ਆਏ ਜਿਹੜੇ ਕਿ ਲੋਕ ਉਹਨਾਂ ਟਾਈਮਾਂ ਦੇ ਵਿੱਚ ਭਰਮਾਂ ਦੇ ਵਿੱਚ ਪਏ ਸੀ ਤੇ ਰੱਬ ਦੇ ਨਾਮ ਦਾ ਦਾਨ ਲੈਂਦੇ ਸੀ। ਤੇ ਸਤਿਗੁਰੂ ਜੀ ਨੇ ਕਿਹਾ, ਜਿਹੜਾ ਰੱਬ ਦਾ ਨਾਮ ਦਾ ਦਾਨ ਲੈਂਦਾ ਹੈ ਆਂਦੇ ਉਹਨਾਂ ਨੂੰ ਲੇਖਾ ਦੇਣਾ ਪਵੇਗਾ। ਇਹ ਸਥਾਨ ਦਾ ਇਤਿਹਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਇੱਕ ਬੇਨਤੀ, ਬਾਹਰ ਬੋਰਡ ਇੱਕ ਲੱਗਾ ਸੀ, ਹਾਂਜੀ, ਉਹਦੇ ਉੱਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵੀ ਜ਼ਿਕਰ ਹੈ, ਉਹਨਾਂ ਦਾ ਵੀ ਕੋਈ ਸੰਬੰਧ ਹੈ ਇਸ ਸਥਾਨ ਨਾਲ? ਉਹ ਕਿ ਪਤਾ ਲੱਗਾ ਹੈ ਕਿ ਗੁਰੂ ਅਮਰਦਾਸ ਮਹਾਰਾਜ ਆਏ ਸੀ ਜੀ, ਤੇ ਜਿਹੜੇ ਕਿ ਉਹਨਾਂ ਟਾਈਮਾਂ ਦੇ ਵਿੱਚ ਲੋਕੀ ਤੀਰਥਾਂ ਤੇ ਜਾਂਦੇ ਸੀ ਇਸ਼ਨਾਨ ਕਰਨ ਜੀ। ਤੇ ਸਤਿਗੁਰਾਂ ਨੇ ਆ ਕੇ ਕਿਹਾ ਸੀ, ਭਾਈ ਤੀਰਥ ਨਾਵਨ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਕਿ ਜੇ ਸਾਡੇ ਕੋਲ ਪ੍ਰਮਾਤਮਾ ਦਾ ਨਾਮ ਹੈ ਨਾ ਸਾਡੇ ਹਿਰਦੇ ਦੇ ਅੰਦਰ, ਆਂਦੇ ਸਭ ਤੋਂ ਵੱਡਾ ਇਸ਼ਨਾਨ ਇਹ ਹੈ ਜੀ। ਜੀ, ਹਾਂਜੀ ਭਾਈ ਸਾਹਿਬ, ਅਸੀਂ ਆਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚਣ ਤੋਂ ਪਹਿਲਾਂ ਜਦੋਂ ਅਸੀਂ ਤੀਰਥ ਤੇ ਆਏ ਹਾਂ, ਹਾਂਜੀ, ਕੁਝ ਇੱਥੇ ਪੁਰੋਹਿਤ ਨੇ ਜਿਹੜੇ ਕਿ ਰਿਕਾਰਡ ਰੱਖਦੇ ਨੇ ਸਾਡੇ ਪੁਰਾਣੇ ਬਜ਼ੁਰਗ, ਹਾਂਜੀ ਹਾਂਜੀ, ਉਹਨਾਂ ਕੋਲ ਪਤਾ ਲੱਗਾ ਕਿ ਬੇਦੀ ਵੰਸ਼ ਦਾ ਵੀ ਤੇ ਸੋਢੀ ਵੰਸ਼ ਦਾ ਵੀ ਖਾਸ ਤੌਰ ਤੇ ਜਿਹੜਾ ਰਿਕਾਰਡ ਆ ਉਹ ਉਹਨਾਂ ਕੋਲ ਰਹਿੰਦਾ ਆ।
ਕੀ ਜਿਹੜਾ ਅਸਥਾਨ ਇਹਨਾਂ ਦੇ ਉੱਤੇ ਆਉਨੇ ਅਸੀਂ, ਜਿਹੜੀ ਸਾਡੀ ਪੁਰਾਤਨ ਇੱਕ ਪਰੰਪਰਾ ਚੱਲੀ ਆ ਰਹੀ ਸੀ ਕਿ ਅਸੀਂ ਆਪਣੇ ਨਾਮ ਸਾਨੂੰ ਖੋਜਣਾ ਹੋਵੇ ਕਿ ਮੇਰੇ ਬਜ਼ੁਰਗ ਕੌਣ ਨੇ, ਪਿੱਛੋਂ ਸਾਡਾ ਕੀ ਕੋਈ ਮਹਾਨਤਾ ਹੈ ਵੰਸ਼ ਦੀ, ਜਾਂ ਕੀ ਸਾਡਾ ਬਲੱਡ ਰਿਲੇਸ਼ਨ ਚੱਲਿਆ ਆ ਰਿਹਾ, ਉਹਦਾ ਵਿੱਚ ਇੱਕ ਸੁਖਾਲਾ ਕੰਮ ਰਹਿੰਦਾ, ਇੱਕ ਰਿਕਾਰਡ ਰਹਿੰਦਾ। ਤੇ ਗੁਰੂ ਸਾਹਿਬਾਨ ਦਾ ਰਿਕਾਰਡ ਵੀ ਇੱਥੇ ਮੌਜੂਦ ਆ। ਤੇ ਕੀ ਮਹਿਸੂਸ ਕਰਦੇ ਹੋ ਕਿ ਉਹ ਜਿਹੜਾ ਰਿਕਾਰਡ ਆ, ਕਿ ਉਹ ਵੀ ਇੱਕ ਕਾਰਨ ਸੀ ਕਿ ਸ਼ਾਇਦ ਆਪਣਾ ਕੋਈ ਦਰਜ ਕਰਾਉਣ ਵੀ ਆਉਂਦੇ ਰਹੇ ਹੋਣਗੇ ਗੁਰੂ ਸਾਹਿਬ? ਨਹੀਂ ਭਾਜੀ, ਇਹ ਸਭ ਝੂਠ ਹੈ ਜੀ। ਤੇ ਇਹਦਾ ਗੁਰਬਾਣੀ ਦੇ ਨਾਲ ਕੋਈ ਲਿੰਕ ਨਹੀਂ ਹੈਗਾ ਜੀ। ਇਹ ਸਿਰਫ ਇਹ ਹੈ ਕਿ ਇਹਨਾਂ ਨੇ ਕੀ ਕੀਤਾ ਏ ਕਿ ਜਿਹੜੇ ਭੋਲੇ ਭਾਲੇ ਲੋਕ ਆਉਂਦੇ ਨੇ, ਆਪਣਾ ਹੁਣ ਕਈ ਗੁਰੂ ਘਰ ਨੂੰ ਮੰਨਣ ਵਾਲੇ ਹੁੰਦੇ ਨੇ, ਇਹਨਾਂ ਭਰਮਾਂ 'ਚ ਨਹੀਂ ਪੈਂਦੇ, ਉਹਨਾਂ ਨੂੰ ਫਿਰ ਇਹ ਗੱਲ ਕਹਿੰਦੇ ਨੇ ਕਿ ਇੱਥੇ ਤੁਹਾਡੇ ਗੁਰੂ ਸਾਹਿਬ ਵੀ ਆਏ ਨੇ। ਅੱਛਾ। ਪਰ ਇੱਥੇ ਕਿਸੇ ਦੇ ਕੋਲ ਵੀ ਤੁਸੀਂ ਦੁਕਾਨ ਦੇ, ਇਹਨਾਂ ਦੀ 150 ਦੁਕਾਨ ਹੈ, ਕਿਸੇ ਵੀ ਦੁਕਾਨ ਦੇ ਕੋਲ ਤੁਸੀਂ ਜ਼ਰੂਰ ਤੁਹਾਨੂੰ ਰਿਕਾਰਡ ਕੋਈ ਨਹੀਂ ਮਿਲੇਗਾ, ਨਾ ਗੁਸੈਨ ਮਿਲਣਗੇ। ਇਸ ਚੀਜ਼ ਦੀ ਗਰੰਟੀ ਹੈ, ਇਤਿਹਾਸ ਦੇ ਨਾਲ ਨਹੀਂ ਹੈਗਾ ਜੀ। ਹਾਂਜੀ। ਪਰ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਗੁਰੂ ਸਾਹਿਬ ਸਾਡੇ ਆਏ ਨੇ, ਉਹਨਾਂ ਦਾ ਤੀਰਥ ਸਥਾਨ ਦੇ ਆਉਣ ਦਾ ਇੱਕੋ ਇੱਕ ਮਕਸਦ ਸੀਗਾ ਕਿ ਲੋਕਾਂ ਨੇ ਜੋ ਕੁਝ ਵੀ ਚੱਲ ਰਿਹਾ ਸੀ ਉਹਨੂੰ ਖੰਡਨ ਕਰਨਾ, ਇਸ ਤਰ੍ਹਾਂ ਕਹਿ ਸਕਦੇ? ਬਸ ਕਿ ਮਹਾਰਾਜ ਉਹਨਾਂ ਟਾਈਮਾਂ ਜਿਹੜੇ ਭੋਲੇ ਭਾਲੇ ਲੋਕ ਸੀ, ਉਹ ਭਰਮਾਂ ਵਿੱਚ ਸੀ, ਉਹ ਭਰਮਾਂ 'ਚ ਆ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕੱਢਿਆ ਸੀਗਾ ਜੀ। ਇਹਨਾਂ ਦੇ ਕੋਲ ਜਾ ਕੇ ਤੁਸੀਂ ਪਤਾ ਵੀ ਕਰ ਲਓ, ਤੁਹਾਨੂੰ ਕੋਈ ਨਹੀਂ ਮਿਲੇਗਾ ਜੀ, ਇਤਿਹਾਸ ਚਲੋ ਨਹੀਂ ਅਸੀਂ ਕੋਈ ਵੀ। ਖੈਰ ਅਸੀਂ ਆਏ ਹਾਂ ਕੁਛ ਚੀਜ਼ਾਂ ਬਜ਼ੁਰਗਾਂ ਦੀਆਂ ਜਿਹੜੀਆਂ ਬਹੁਤ ਪੁਰਾਣੇ ਕਾਗਜ਼ਾਂ ਦੀਆਂ ਜੋ ਲਿਖਤਾਂ ਹੈਗੀਆਂ, ਠੀਕ ਹੈ, ਇਹ ਇੱਕ ਅਲੱਗ ਵਿਸ਼ਾ ਹੋ ਸਕਦਾ, ਇਹ ਖੋਜ ਦਾ ਵਿਸ਼ਾ ਹੋ ਸਕਦਾ ਕਿ ਇਹਨਾਂ ਦੇ ਉੱਤੇ, ਕਿਉਂਕਿ ਸਾਡੇ ਜਿਹੜੇ ਸਾਹਿਤਕਾਰ ਇਤਿਹਾਸਕਾਰ ਰਹੇ ਨੇ, ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਹਵਾਲਿਆਂ ਦੇ ਨਾਲ ਦਿੱਤੀਆਂ ਨੇ। ਜਿਵੇਂ ਭੱਟ ਬਈਆਂ ਦੀ ਗੱਲ ਕਰਦੇ ਹਾਂ ਆਪਾਂ, ਗੁਰੂ ਇਤਿਹਾਸ ਦੇ ਵਿੱਚ ਜਿਹੜਾ ਉਹ ਭੱਟ ਬਈਆਂ ਦੇ ਵਿੱਚ ਵੀ ਗੁਰੂ ਸਾਹਿਬ ਦੇ ਜਿਹੜੇ ਇੰਦਰਾਜ ਨੇ, ਉਹ ਵੀ ਕਿਹੜੀ ਜੰਗ ਕਦੋਂ ਹੋਈ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਦੋਂ ਉਹਨਾਂ ਨੇ ਗੁਰਗੱਦੀ ਬਖਸ਼ੀ, ਕਿਹੜੇ ਘਟਨਾ, ਕਿਹੜੇ ਗੁਰੂ ਸਾਹਿਬਾਨ ਨੇ ਕਿੱਥੇ ਯੁੱਧ ਲੜਿਆ, ਉਹ ਉੱਦਾਂ ਦੀਆਂ ਚੀਜ਼ਾਂ ਵੀ ਉਹਨਾਂ ਦੀਆਂ ਮੌਜੂਦ ਰਹੀਆਂ। ਕੀ ਤੁਸੀਂ ਇਹ ਦੋ ਚੀਜ਼ਾਂ ਜੀ, ਇੱਕ ਅਧਿਆਤਮ ਤੇ ਦੂਜਾ ਆਪਾਂ ਕਹਿੰਦੇ ਸਮਾਜਿਕ ਸਾਡਾ, ਚਲੋ ਕੀ ਆਪਾਂ ਜਿਹੜਾ ਅਧਿਆਤਮ ਸਾਡੇ ਜਿਹੜੀ ਰੋਸ਼ਨੀ ਹੈ ਗਿਆਨ ਦੀ, ਕੀ ਉਹ ਇਹ ਗੱਲ ਕਹਿੰਦੀ ਹੈ ਕਿ ਹਰ ਪ੍ਰਾਣੀ ਜਿਹੜਾ ਉਹ ਅਧਿਆਤਮਕ ਪੁਰਖ ਹੀ ਹੋਊਗਾ ਤੇ ਅਧਿਆਤਮਕ ਪੁਰਖ ਦੇ ਹਿਸਾਬ ਨਾਲ ਸੋਚਣਾ ਚਾਹੀਦਾ, ਦੁਨਿਆਵੀ ਕਾਰਵਾਰ ਜਿਹੜੇ ਆ ਉਹਨਾਂ ਦੀ ਕੋਈ ਅਹਿਮੀਅਤ ਨਹੀਂ, ਇਹ ਕਹਿਣਾ ਚਾਹੁੰਦੇ ਕਿਵੇਂ? ਭਾਜੀ ਇਸ ਤਰ੍ਹਾਂ ਹੈ ਕਿ ਗੁਰਬਾਣੀ ਇਸ ਗੱਲ ਨੂੰ ਸਮਝਾਉਣਾ ਕਰਦੀ ਹੈ ਜੀ, ਕਿਉਂਕਿ ਇਹ ਸੰਸਾਰ ਦੇ ਅੰਦਰ ਜੇ ਚਾਨਣਾ ਦਿੰਦਾ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹੁਣ ਇਹ ਕਹਿ ਰਹੇ ਨੇ ਕਿ ਤੁਸੀਂ ਗਤੀ ਕਰਾਓ, ਠੀਕ ਹੈ, ਗੁਰਬਾਣੀ ਇਹ ਚੀਜ਼ ਨੂੰ ਖੰਡਨ ਕਰਦੀ ਹੈ। ਜੀਵਤ ਭੀਤਰ ਨਾ ਮੰਨ ਕੇ ਮੋਏ ਭਾਈ ਸਾਹਿਬ ਹੋ ਰਹੀ ਚਾਹੁੰਦੀ ਤੁਹਾਡੀ ਗੱਲ 'ਚ ਆਮ ਤੌਰ ਤੇ ਇੱਕ ਜਿਹੜਾ ਸ਼ਬਦ ਹੈ ਨਾ ਜੀ, ਖੰਡਨ ਕਰਨ ਦਾ, ਹਾਂਜੀ, ਇੱਕ ਅਸੀਂ ਇਸ ਤਰ੍ਹਾਂ ਲੈ ਲੈਂਦੇ ਜਿਵੇਂ ਆਪਾਂ ਕਹਿੰਦੇ ਕਿਸੇ ਚੀਜ਼ ਦਾ ਵਿਰੋਧ ਕੀਤਾ, ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਇੱਕ ਇਹ ਹੁੰਦਾ ਕਿ ਜਦੋਂ ਕੋਈ ਅਧਿਆਤਮਕ ਪੁਰਖ, ਸੋਝੀ ਵਾਲਾ ਪੁਰਖ, ਗੁਰੂ ਸਾਹਿਬਾਨ ਵਰਗਾ ਕੋਈ ਉੱਚ ਆਤਮਾ ਆਉਂਦੀ ਹੈ ਤੇ ਉਹ ਜਿਹੜੀਆਂ ਪਰੰਪਰਾਵਾਂ ਚੱਲਦੀਆਂ ਹੁੰਦੀਆਂ, ਉਹਨਾਂ ਪਰੰਪਰਾ ਦੇ ਵਿੱਚੋਂ ਹੀ ਜਿਹੜਾ ਅਗਲਾ ਗਿਆਨ ਦੀ ਰੋਸ਼ਨੀ ਹੁੰਦੀ, ਅਧਿਆਤਮਕ ਗਿਆਨ ਦੀ, ਜਿਹੜੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਕਿ ਅਸੀਂ ਵੀ ਆਪਣੀ ਖੋਜ ਆਪਣੇ ਅੰਦਰੋਂ ਕਰਨੀ ਆ। ਅਸੀਂ ਦਾਨ ਜਿਹੜਾ ਮਰਨ ਤੋਂ ਬਾਅਦ ਨਹੀਂ ਦੇਣਾ, ਅਸੀਂ ਦਾਨ ਜਿਹੜਾ ਜਿਉਂਦੇ ਜੀ ਜਿਹੜਾ ਦਾਨ ਪੁੰਨ ਕਰਨਾ ਸਾਡੇ ਆਪਣੇ ਕਰਮਾਂ 'ਚ ਹੋਣਾ ਚਾਹੀਦਾ। ਕੀ ਇਸ ਤਰ੍ਹਾਂ ਸੰਭਵ ਨਹੀਂ ਹੈ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਹੋ ਸਕਦਾ ਜਿਹੜੀ ਗੁਰਬਾਣੀ ਹੈ, ਗੁਰਬਾਣੀ ਦੇ ਵਿੱਚ ਉਹਨਾਂ ਦਾ ਉੱਤਮ ਗਿਆਨ ਹੋਏਗਾ, ਲੇਕਿਨ ਉਹ ਜਿਹੜੇ ਕਾਰ ਵਿਹਾਰ ਦੁਨਿਆਵੀ ਕਰਦੇ ਨੇ, ਜਿਹੜੇ ਸੰਸਾਰਕ ਕਾਰਜ ਚੱਲੀ ਆਉਂਦੇ ਆ, ਕੀ ਉਹ ਸੰਭਵ ਨਹੀਂ ਹੈ ਕਿ ਹਾਂ ਉਹਨੂੰ ਵੀ ਨਾਲ ਲੈ ਕੇ ਚੱਲਦੇ? ਗੁਰਬਾਣੀ ਕਹਿੰਦੀ ਆਪਣੇ ਹੱਥੀ ਆਪ ਹੀ ਕਾਰ ਸਵਾਰੀ। ਜੀ ਜੀ ਜੀ। ਆਂਦੇ ਭਾਈ ਤੈਨੂੰ ਮਨੁੱਖਾ ਜੀਵਨ ਮਿਲਿਆ, ਹਾਂਜੀ, ਤੂੰ ਆਪਣੇ ਆਣੇ ਜਾਣੇ ਨੇ ਨਾ ਜਿਹੜੇ ਤੂੰ ਸਫਲਾ ਕਰ ਲੇਗਾ। ਇਹ ਨਹੀਂ ਕਿ ਆਪਾਂ ਪਖੰਡਾਂ ਦੇ ਵਿੱਚ ਪਾਵੇਗੇ ਕਿ ਆਪਾਂ ਜੇ ਮੰਨ ਲਓ ਕੱਲ ਨੂੰ ਚੱਲੇ ਜਾਣੇ ਸਾਡੀ ਗਤੀ ਹੋ ਜਾਏ ਤੇ ਗਤੀ ਹੋ ਜਾਏਗੀ, ਨਹੀਂ ਜੀ। ਇਸ ਜੇ ਆਪਾਂ ਗਤੀ ਵਾਲਾ ਪੱਖ ਜਿਹੜਾ ਛੱਡ ਦਿੰਨੇ, ਹਾਂਜੀ, ਇਸ ਗੱਲ ਤੋਂ ਕਰੇ ਵੀ ਦੁਨਿਆਵੀ ਤੌਰ ਤੇ ਸਾਡਾ ਜਿਹੜਾ ਰਿਕਾਰਡ ਆ ਉਹ ਜਿਹੜਾ ਉਹ ਸਦੀਆਂ ਤੱਕ ਜਿਹੜਾ ਸਦੀਆਂ ਤੋਂ ਜਿਹੜਾ ਉਹ ਕਿਉਂਕਿ ਨੋਟ ਕਰਾਉਂਦੇ ਨੇ ਜਦੋਂ ਲੋਕ ਤੇ ਸਤੀਰਥ ਦੇ ਆਉਂਦੇ ਨੇ ਜਾਂ ਪਹਿਲੇ ਹਰਿਦੁਆਰ ਜਾਂਦੇ ਸੀ, ਉਹ ਲੋਕ ਜਾ ਕੇ ਨੋਟ ਕਰਾਉਂਦੇ ਸੀ ਕਿ ਉਹ ਤੋਂ ਪਤਾ ਰਹਿੰਦਾ ਸੀ ਕੋਈ ਕਿੰਨੇ ਭਰਾ ਨੇ, ਉਹਦਾ ਬਾਪ ਕੀ ਆ, ਉਸ ਦਾ ਦਾਦਾ ਕੀ, ਪੜਦਾਦਾ ਕੀ, ਉਹਨਾਂ ਦੇ ਕਈ ਕੁੱਲਾਂ ਦਾ ਪਤਾ ਲੱਗ ਜਾਂਦਾ ਸੀ ਕਿ ਹਾਂ ਵੀ ਕਿਹੜੇ ਪਿੰਡ ਤੋਂ ਅਸੀਂ ਉੱਠੇ ਆ, ਸਾਡਾ ਪਿਛੋਕੜ ਕੀ ਹੈ, ਕਿ ਸਾਡੇ 'ਚ ਕੋਈ ਮਹਾਂਪੁਰਖ ਹੋਇਆ ਜਾਂ ਸਾਡੇ 'ਚ ਕੋਈ ਕਿਸ ਤਰ੍ਹਾਂ ਦੇ ਲੋਕ ਬਿਰਤੀ ਵਾਲੇ ਹੋਏ ਨੇ, ਸਾਨੂੰ ਜਿਹੜਾ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਜੇ ਤੁਸੀਂ ਇਸ ਗੱਲ ਤੇ ਆਂਦੇ ਹੋ ਜੀ, ਫਿਰ ਗੱਲ ਹੋਈ ਹੈ ਕਿ ਪੁਰਾਤਨ ਸਮੇਂ ਵਿੱਚ ਭੋਲੇ ਭਾਲੇ ਲੋਕ ਸੀ, ਇਹਨਾਂ ਚੀਜ਼ਾਂ ਦੀ ਅਹਿਮੀਅਤ ਜ਼ਿਆਦਾ ਰੱਖਦੇ ਸੀ ਕਿ ਗੁਰੂ ਦੇ ਵਰਤਾਏ, ਗੁਰੂ ਕੀ ਕਹਿ ਰਿਹਾ ਉਹ ਨਹੀਂ, ਇਹਨਾਂ ਚੀਜ਼ਾਂ ਨੂੰ ਮੰਨਦੇ ਸੀ। ਜਿਸ ਤਰ੍ਹਾਂ ਅੱਜ ਆਪਾਂ ਕੋਈ ਵੀ ਕਾਰਜ ਕਰਦੇ ਆ ਜੀ, ਤੇ ਸਾਡੀ ਗੱਲ ਕੀ ਹੁੰਦੀ ਹੈ ਵੀ ਦੇਣ ਵੇਖੀਏ, ਦੇਣ ਸ਼ੋਧਨੇ ਕਿ ਨਹੀਂ, ਇਹੀ ਗੱਲ ਹੈ। ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਦੇ ਆ ਕਿ ਮਹਾਰਾਜ ਜੀ ਦੇਣ ਵੇਖਣੇ ਚਾਹੀਦੇ ਨੇ? ਉਹਨਾਂ ਨੇ ਸਫਲ ਮੂਰਤ ਸਫਲਾ ਘੜੀ ਦੀ ਸੱਚੇ ਨਾਲ ਪਿਆ।
ਆਂਦੇ ਨੇ ਭਾਈ ਜੇ ਤੇਰੇ ਪ੍ਰੇਤ ਨਾ ਗੁਰੂ ਦੇ ਨਾਲ ਤੇਰਾ ਪਿਆਰ ਹੈ, ਤੇਰੀਆਂ ਘੜੀਆਂ ਤੇਰੇ ਮੂਰਤ ਤੇ ਉਹ ਸਾਰੇ ਸਫਲਾ ਨੇ। ਇਹ ਤਾਂ ਦੂਸਰੀ ਬਹੁਤ ਅੱਛੀ ਤੁਸੀਂ ਗੱਲ ਕਹੀ ਹੈ ਸਾਹਿਬ, ਲੇਕਿਨ ਮੈਨੂੰ ਲੱਗਦਾ ਕਿ ਇਹਦੇ ਵਿੱਚ ਵੀ ਇੱਕ ਖੋਜ ਦਾ ਵਿਸ਼ਾ ਹੈ ਕਿ ਜਿਹੜੇ ਲੋਕ ਅਧਿਆਤਮਿਕ ਤੌਰ ਤੇ ਜਿਹੜੀ ਆਪਾਂ ਖੋਜ ਕਰਦੇ ਸੱਚੇ ਨਾਲ ਪਿਆਰ, ਜਿਨ੍ਹਾਂ ਨੇ ਸੱਚ ਨੂੰ ਪਹਿਚਾਣ ਲਿਆ, ਇੱਕ ਨਾਮ ਨੂੰ ਜਿਨ੍ਹਾਂ ਨੇ ਪਹਿਚਾਣ ਲਿਆ, ਜਿਨ੍ਹਾਂ ਨੇ ਇੱਕ ਦੀ ਪਹਿਚਾਣ ਕਰ ਲਈ ਹੈ, ਇਹ ਉਹਨਾਂ ਵਾਸਤੇ ਬਾਣੀ ਜਿਹੜੀ ਆ ਉਹ ਉਸ ਲੈਵਲ ਦੀ ਹੈ ਕਿ ਇੱਥੋਂ ਤੱਕ ਪਹੁੰਚਣਾ ਚਾਹੀਦਾ। ਜਿਸ ਤਰ੍ਹਾਂ ਮੰਨ ਲਓ ਕਿ ਉਹ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਪੁਰਾਣੇ ਟਾਈਮ ਦੇ, ਜਿਹੜੇ ਅੱਜ ਕੱਲ੍ਹ ਦੇ ਲੋਕ ਹਨ ਇਸ ਚੀਜ਼ ਨੂੰ ਨਹੀਂ ਮੰਨਦੇ, ਉਹ ਆਂਦੇ ਵੀ ਅਸੀਂ ਗਤੀ ਨਹੀਂ ਕਰਾਣੀ। ਫਿਰ ਤੁਹਾਡੇ ਵਾਲੀ ਗੱਲ ਆ ਗਈ ਜੀ ਰਿਕਾਰਡ ਰੱਖਦੇ ਨੇ। ਰਿਕਾਰਡ ਕਿਉਂ ਰੱਖਦੇ ਨੇ? ਜਿਸ ਤਰ੍ਹਾਂ ਤੁਸੀਂ ਆ ਗਏ ਹੋ, ਤੁਸੀਂ ਆਖੋ ਨਹੀਂ ਜੀ ਮੈਂ ਤੇ 6 ਪਾਸੇ ਗੁਰਦੁਆਰਾ ਸਾਹਿਬ ਆਇਆ ਮੈਂ ਤੇ ਅਰਦਾਸ ਹੀ ਕਰਾਣੀ ਹੈ, ਤੁਹਾਡੀ ਸ਼ਰਧਾ ਭਾਵ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ। ਫਿਰ ਤੁਹਾਨੂੰ ਕਹਿੰਦੇ ਜੀ ਆਹ ਦੇਖੋ ਤੁਹਾਡੇ ਆਏ ਸੀ, ਕਿਹੜੇ ਆਏ ਸੀ, ਉਹ ਤੁਹਾਨੂੰ ਨਾਂ ਲੈ ਕੇ ਦੱਸਦੇ ਨੇ ਵੀ ਇਹ ਵੀ ਆਏ ਸੀ, ਇਹ ਵੀ। ਫਿਰ ਤੁਹਾਨੂੰ ਉਹ ਗਤੀ ਕਰਾਣੀ ਵੀ ਸਾਡੇ ਵੱਡੇ ਨੇ, ਫਿਰ ਮੈਂ ਵੀ ਕਰਾਵਾਂ। ਇੱਕ ਇਹਨਾਂ ਦੀ ਪ੍ਰਥਾ ਚੱਲਦੀ ਪਈ। ਉਹ ਦੋ ਚੀਜ਼ ਹੋ ਗਈ ਨਾ ਜੀ। ਮੈਂ ਫਿਰ ਬੇਨਤੀ ਕਰਦਾ, ਦੋ ਚੀਜ਼ ਹੋ ਗਈ। ਇੱਕ ਤਾਂ ਕੋਈ ਵਿਅਕਤੀ ਆਉਂਦਾ, ਅਗਰ ਉਹ ਆਉਂਦਾ ਉਹ ਆਪਣੇ ਪਿਛੋਕੜ ਬਾਰੇ ਪਤਾ ਲਾ ਲੈਂਦਾ ਇਹ ਕੀ ਹੈ, ਉਸ ਤੋਂ ਬਾਅਦ ਉਹ ਗਤੀ ਵਾਲੇ ਚੱਕਰ 'ਚ ਨਹੀਂ ਪੈਂਦਾ। ਉਹ ਗੁਰਦੁਆਰਾ ਸਾਹਿਬ ਆਉਂਦਾ, ਉਹ ਬਾਣੀ ਦਾ ਕੀਰਤਨ ਸੁਣਦਾ, ਉਹ ਗੁਰਬਾਣੀ ਤੋਂ ਤੁਹਾਡੇ ਵਰਗੇ ਕਿਸੇ ਗਿਆਨੀ ਪੁਰਸ਼ ਨੂੰ ਕਹਿੰਦਾ ਵੀ ਮੈਨੂੰ ਦੱਸੋ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ, ਉਹ ਇੱਥੋਂ ਸਿੱਖਿਆ ਲੈ ਕੇ ਤੇ ਨਤਮਸਤਕ ਕੋਈ ਚਲਾ ਜਾਂਦਾ। ਉਹ 'ਚ ਕੋਈ ਬੁਰਾਈ ਹੈ? ਭਾਜੀ ਜਿਹੜੇ ਕੱਟੜ ਗੁਰਸਿੱਖ ਆਪਣੇ ਆਉਂਦੇ ਨੇ ਜੀ, ਐਸੇ ਨੇ ਸਾਰੇ ਧਰਮਾਂ ਦੇ ਆਉਂਦੇ ਨੇ ਕੱਟੜ, ਉਹ ਅਰਦਾਸ ਕਰਾ ਕੇ ਚਲੇ ਜਾਂਦੇ, ਇਹਨਾਂ ਦੇ ਕੋਲ ਨਹੀਂ ਜਾਂਦੇ। ਹਾਂ ਕੋਈ ਗੱਲ ਨਹੀਂ, ਬਹੁਤ ਖਰੀ ਚੀਜ਼ ਆ ਇਹ। ਬਹੁਤ ਤੁਸੀਂ ਸਾਨੂੰ ਬੜੇ ਮੁੱਲੀ ਜਾਣਕਾਰੀ ਦਿੱਤੀ ਹੈ ਕਿ ਉਹ ਵੀ ਲੋਕ ਨੇ ਜਿਹੜੇ ਕਿ ਤੀਰਥ ਦੇ ਜਾ ਕੇ ਜਿਹੜੇ ਪੰਡਤ ਬੈਠੇ ਨੇ ਜਾਂ ਜਿਹੜੇ ਪੁਰੋਹਿਤ ਨੇ ਉਹਨਾਂ ਕੋਲ ਨਹੀਂ ਜਾਂਦੇ, ਸਿੱਧੇ ਇੱਥੇ ਆ ਕੇ ਗੁਰਦੁਆਰਾ ਸਾਹਿਬ ਆਉਂਦੇ ਨੇ, ਗੁਰਦੁਆਰਾ ਸਾਹਿਬ ਆ ਕੇ ਨਤਮਸਤਕ ਹੋ ਕੇ ਜਿਹੜਾ ਉਹ ਆਪਣਾ ਚਲੇ ਜਾਂਦੇ ਨੇ। ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।